So students, in this video we are going to discuss about the topic population interactions, which is the last topic of the chapter organism and population. Students, we all know that in nature, plants, animals, microorganisms, they cannot live in isolation. They interact in various ways, right? Means कोई भी organism, चाहे वो plant है, चाहे वो animal है, चाहे वो micro organism है, वो इकल्ले नहीं रह सकते, वो आपस च इंटरैक्ट करते हैं बड़े तरीक़ों के नाल, राइट? सो इत्थे असीं जिहड़ा टॉपिक पढ़ना इंटर स्पैसिफिक इंटरैक्शनस है. इंटर स्पैसिफिक बिटवीन, इंटर मीनस बिटवीन, स्पैसिफिक मीनस स्पीशीज़, दो डिफरेंट स्पीशीज़ दे विच जिहड़ियां इंटरैक्शनस हुंदियां ने, दैट इज़ कॉल्ड एज इंटर स्पैसिफिक इंटरैक्शन. मैं रिपीट करांगी. इंटर मीनस बिटवीन, स्पैसिफिक मीनस स्पीशीज़, दो डिफरेंट स्पीशीज़ दे विच जिहड़ी इंटरैक्शनस हुंदियां ने, दैट इज़ कॉल्ड एज इंटर स्पैसिफिक इंटरैक्शन. बच्चों वो जिहड़ियां इंटरैक्शन हो सकदियां वो बेनीफिशियल भी हो सकदियां, असीं उहदे लई पॉजिटिव साइन यूज़ करांगे. डेट्रीमेंटल किसी लिए कह लो तुसीं किसी लिए लाभदायक है, किसी लिए हानिकारक है, असीं उहदे लई नैगेटिव साइन यूज़ करांगे. जे किसी नूं उस इंटरैक्शन नाल कोई फर्क नहीं पेगा, असीं उहनूं सॉरी जीरो नाल मैंशन करांगे. ठीक है जी. सो इत्थे असीं जदों सारियां इंटरैक्शनस पढ़ हटांगे ना, फिर आपां एंड विच देखांगे किस इंटरैक्शन दे विच बोथ पार्टीज़ जिहड़ियां ने, जिहड़े दो स्पीशीज़ दे ऑर्गेनिज्म ने, किन्नू बेनीफिशियल हो रहा है, किन्नू लॉस हो रहा है, किन्नू कोई फर्क नहीं पै रहा, दैट विल सी लेटर. सो सब तो पहली इंटरैक्शन स्टूडेंट्स असीं पढ़न जा रहे हैं प्रीडेशन, राइट? प्रीडेशन दे विच की है, एक ऑर्गेनिज्म विच इज़ कॉल्ड एज प्रीडेटर दूजे ऑर्गेनिज्म नूं फड़दा है, ਉਹਨੂੰ ਮਾਰਦਾ, ਉਹਨੂੰ ਖਾ ਜਾਂਦਾ. ਜਿਹਨੂੰ ਮਰਦਾ ਹੈ ਫੜਦਾ ਹੈ ਤੇ ਖਾ ਜਾਂਦਾ, ਉਹ ਪ੍ਰੇ ਹੈ. ਪ੍ਰੀਡੇਟਰ ਨੇ ਪ੍ਰੇ ਨੂੰ ਕਿਲ ਕਰਨਾ ਤੇ ਉਹਨੂੰ ਖਾ ਲੈਣਾ, ਰਾਈਟ? ਪ੍ਰੀਡੇਸ਼ਨ ਜਿਹੜੀ ਹੈ ਉਹ ਅਸੀਂ ਫੂਡ ਚੇਨ ਦੇ ਵਿੱਚ ਵੀ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਕਰਦੇ ਹਾਂ, ਜਿਹਦੇ ਵਿੱਚ ਵਨ ਆਰਗੇਨਿਜ਼ਮ ਸਪੋਜ਼ ਏ ਬੀ ਨੂੰ ਖਾਂਦਾ ਅਤੇ ਏ ਨੂੰ ਖਾਣ ਵਾਲਾ ਵੀ ਕੋਈ ਹੈਗਾ, ਰਾਈਟ? ਜਿਵੇਂ ਫਰੋਗਸ ਇਨਸੈਕਟ ਖਾਂਦੇ ਆ ਤੇ ਫਰੋਗਸ ਨੂੰ ਆਪ ਕੌਣ ਖਾ ਲੈਂਦਾ? ਸਨੇਕਸ. ਅਸੀਂ ਫੂਡ ਚੇਨ ਪੜ੍ਹਦੇ ਹਾਂ ਨਾ, ਫਰੋਮ ਵਨ ਟ੍ਰੋਫਿਕ ਲੈਵਲ ਟੂ ਅਨਦਰ ਟ੍ਰੋਫਿਕ ਲੈਵਲ. ਸੋ ਇੱਕ ਨੂੰ ਦੂਜਾ ਖਾਂਦਾ, ਦੂਜੇ ਨੂੰ ਤੀਜਾ. ਸੋ ਇੱਦਾਂ ਚੱਲਦਾ ਫੂਡ ਚੇਨ ਦੇ ਵਿੱਚ. ਜਿਵੇਂ ਫਰੋਗ ਇਨਸੈਕਟ ਖਾਂਦਾ ਅਤੇ ਫਰੋਗ ਨੂੰ ਕੌਣ ਖਾਂਦਾ? ਸਨੇਕਸ, ਰਾਈਟ? ਸੋ ਉਸ ਤੋਂ ਬਾਅਦ ਆ ਗਏ ਸਾਡੇ ਕੋਲ ਪ੍ਰੀਡੇਸ਼ਨ ਦੇ ਫੰਕਸ਼ਨਸ. ਇਹਦੇ ਵਿੱਚ ਰਾਜੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ? ਪ੍ਰੀਡੇਸ਼ਨ ਦੇ ਵਿੱਚ ਇੱਕ ਚੈਨਲ ਬਣਦਾ ਐਨਰਜੀ ਟਰਾਂਸਫਰ ਦਾ. ਠੀਕ ਹੈ ਜੀ. ਹੁਣੇ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਪ੍ਰੀਡੇਸ਼ਨ ਅਸੀਂ ਫੂਡ ਚੇਨ 'ਚ ਵੀ ਸਟੱਡੀ ਕਰ ਸਕਦੇ ਹਾਂ. ਸਪੋਜ਼ ਏ ਬੀ ਨੂੰ ਖਾਂਦਾ, ਠੀਕ ਹੈ, ਅਤੇ ਏ ਨੂੰ ਖਾਣ ਵਾਲਾ ਵੀ ਕੋਈ ਹੈਗਾ. ਠੀਕ ਹੈ ਜੀ. ਸੋ ਇਹਦੇ ਨਾਲ ਇੱਕ ਚੈਨਲ ਬਣ ਜਾਂਦਾ ਐਨਰਜੀ ਟਰਾਂਸਫਰ ਦਾ. ਜਿਵੇਂ ਪ੍ਰੋਡਿਊਸਰ ਨੂੰ ਕੌਣ ਲੈਂਦਾ? ਕੰਜ਼ਿਊਮਰਸ. ਕੰਜ਼ਿਊਮਰ ਨੂੰ ਕੌਣ ਖ਼ਤਮ ਕਰਦਾ? ਡੀਕੰਪੋਜ਼ਰ. ਸਪੋਜ਼ ਇੱਕ ਹਰਬੀਵੋਰ ਹੈ, ਉਹ ਪਲਾਂਟ ਖਾ ਰਿਹਾ ਹੈ, ਅਤੇ ਹਰਬੀਵੋਰ ਨੂੰ ਖਾਣ ਵਾਲਾ ਵੀ ਤਾਂ ਕੋਈ ਹੋਏਗਾ, ਲਾਈਕ ਕਾਰਨੀਵੋਰ. ਠੀਕ ਹੈ ਜੀ. ਸੋ ਇਹਦੇ ਨਾਲ ਕੀ ਹੈ, ਇੱਕ ਮਟੀਰੀਅਲ ਵੀ ਟਰਾਂਸਫਰ, ਮਤਲਬ ਖਾਂਦੇ ਵੀ ਇਹ ਚੀਜ਼ਾਂ ਨੂੰ, ਐਂਡ ਐਨਰਜੀ ਟਰਾਂਸਫਰ ਦਾ ਇੱਕ ਚੈਨਲ ਬਣ ਜਾਂਦਾ ਹੈ. ਦੈਨ ਇਹਦੇ ਨਾਲ ਕੀ ਹੈ, ਸਪੀਸ਼ੀਜ਼ ਦੀ ਡਾਇਵਰਸਿਟੀ ਬਣੀ ਰਹਿੰਦੀ ਹੈ. ਕਿਉਂ? ਕਿਉਂਕਿ ਇਹਦੇ ਨਾਲ ਕੰਪੀਟੀਸ਼ਨ ਜਿਹੜਾ ਘਟਦਾ ਹੈ. ਹੁਣ ਜਿਵੇਂ ਅਸੀਂ ਇੱਕ ਸਿੰਪਲ ਉਹ 'ਚ ਜ਼ਿਕਰ ਕਰਦੇ ਹਾਂ, ਸਿੰਪਲ ਅਸੀਂ ਬਾਇਓਟਿਕ ਕਮਿਊਨਿਟੀ ਦੀ ਇੱਕ ਗੱਲ ਕਰਦੇ ਹਾਂ. ਉਹਦੇ ਵਿੱਚ ਕੀ ਹੈ, ਅਸੀਂ ਜ਼ਿਕਰ ਕਰਦੇ ਹਾਂ ਅਲੱਗ-ਅਲੱਗ ਸਪੀਸ਼ੀਜ਼ ਦੇ ਔਰਗੇਨਿਜ਼ਮ ਨੇ, ਵੈਰਾਈਟੀ ਆਫ ਔਰਗੇਨਿਜ਼ਮ ਹੈ. ਠੀਕ ਹੈ. ਜੇ ਉਹਨਾਂ ਦੇ ਵਿੱਚ ਕੋਈ ਇੱਕ ਔਰਗੇਨਿਜ਼ਮ ਦੂਜੇ ਨੂੰ ਖਾਂਦਾ ਹੈ, ਠੀਕ ਹੈ ਜੀ, ਤਾਂ ਇੱਕ ਤਾਂ ਜਿਹਨੂੰ ਖਾਂਦਾ ਉਹਦੀ ਪੋਪੂਲੇਸ਼ਨ ਵੀ ਕੰਟਰੋਲ 'ਚ ਰਹੂਗੀ. ਠੀਕ ਹੈ ਜੀ. ਇਹਨੂੰ ਬਾਇਓਲੋਜੀਕਲ ਕੰਟਰੋਲ ਕਹਿੰਦੇ ਆ. ਠੀਕ ਹੈ. ਅਤੇ ਦੂਸਰਾ, ਇਟ ਰਿਡਿਊਸਿਸ ਦ ਕੰਪੀਟੀਸ਼ਨ ਅਮੰਗਸ ਦ ਪ੍ਰੇ ਸਪੀਸ਼ੀਜ਼. ਜਿਹੜੇ ਪ੍ਰੇ ਰਹਿ ਗਏ, ਹੁਣ ਪ੍ਰੀਡੇਟਰ ਨੇ ਇੱਕ ਤਰ੍ਹਾਂ ਦੇ ਪ੍ਰੇ ਨੂੰ ਖਾ ਲਿਆ ਅਤੇ ਉਸ ਪ੍ਰੇ ਅਤੇ ਕਿਸੇ ਹੋਰ ਪ੍ਰੇ 'ਚ ਕੰਪੀਟੀਸ਼ਨ ਵੀ ਤਾਂ ਘੱਟ ਗਿਆ ਨਾ. ਇਹਦੇ ਨਾਲ ਇੱਕ ਡਾਇਵਰਸਿਟੀ ਜਿਹੜੀ ਉਹ ਮੇਨਟੇਨ ਰਹਿੰਦੀ ਹੈ, ਰਾਈਟ? ਉਸ ਤੋਂ ਬਾਅਦ ਨੈਕਸਟ ਬੱਚੋ, ਪਲਾਂਟ ਦੇ ਕੇਸ ਦੇ ਵਿੱਚ ਹਰਬੀਵੋਰਸ ਆਰ ਦਾ ਪ੍ਰੀਡੇਟਰ. ਇੱਥੇ ਹਰਬੀਵੋਰਸ ਕੀ ਨੇ? ਪ੍ਰੀਡੇਟਰ. ਕਿਉਂਕਿ ਸਾਨੂੰ ਪਤਾ ਹੈ 25% ਆਫ ਆਲ ਇਨਸੈਕਟ ਆਰ ਨੋਨ ਟੂ ਬੀ ਫਾਈਟੋਫੈਗਸ. ਬੱਚੋ ਫਾਈਟੋ ਮੀਨਸ ਪਲਾਂਟ, ਫੈਗਸ ਮੀਨਸ ਦੇ ਈਟ, ਦੇ ਇਨਗਲਫ. ਜਿਹੜੇ ਪਲਾਂਟ ਦੇ ਪਾਰਟਸ ਤੋਂ ਜਾਂ ਪਲਾਂਟਸ ਦੇ ਸੈਪ ਤੋਂ ਭੋਜਨ ਲੈਂਦੇ ਆ. ਸੋ ਤੁਹਾਨੂੰ ਪਤਾ ਹੀ ਹੈ ਇਨਸੈਕਟ ਵੀ ਤਾਂ ਪਲਾਂਟਸ 'ਤੇ ਫੀਡ ਕਰਦੇ ਆ ਨਾ, ਰਾਈਟ? ਸੋ ਉਹ ਹਰਬੀਵੋਰਸ ਪ੍ਰੀਡੇਟਰ ਹੈ. ਠੀਕ ਹੈ. ਤਾਂ ਪਲਾਂਟ ਦੇ ਕੇਸ 'ਚ ਅਸੀਂ ਹਰਬੀਵੋਰਸ ਨੂੰ ਪ੍ਰੀਡੇਟਰ ਕਹਿੰਦੇ ਹਾਂ. ਐਂਡ ਦੂਸਰੀ ਗੱਲ, ਇੱਕ ਬੜੀ ਸਿੰਪਲ ਜਿਹੀ ਗੱਲ ਹੈ, ਪਲਾਂਟਸ ਭੱਜ ਨਹੀਂ, ਮੂਵ ਨਹੀਂ ਕਰ ਸਕਦੇ.
ਜਿੱਦਾਂ ਅਸੀਂ ਦੇਖਦੇ ਹਾਂ ਐਨੀਮਲਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰ ਲੈਂਦੇ ਨੇ ਤਾਂ ਕਿ ਉਹ ਆਪਣੇ ਪ੍ਰੀਡੇਟਰ ਤੋਂ ਬਚ ਸਕਣ, ਪਰ ਵਿਚਾਰੇ ਪਲਾਂਟਸ ਨਹੀਂ ਕਰ ਸਕਦੇ। ਸੋ ਇਸ ਕਰਕੇ ਪਲਾਂਟ ਦੀ ਹੁਣ ਸਪੋਜ਼ ਕੋਈ ਇਨਸੈਕਟ ਪਲਾਂਟ 'ਤੇ ਅਟੈਕ ਕਰਨ ਆਇਆ ਤਾਂ ਪਲਾਂਟ ਹੁਣ ਭੱਜੂਗਾ ਤਾਂ ਨਹੀਂ ਨਾ। ਤਾਂ ਪਲਾਂਟ ਦੇ ਵਿੱਚ ਇਹੋ ਜਿਹੇ ਡਿਫੈਂਸ ਮਕੈਨਿਜ਼ਮਸ ਹੁੰਦੇ, ਡਿਫੈਂਸ ਸਿਸਟਮ ਹੁੰਦੇ ਆ ਜਿਹਦੇ ਨਾਲ ਹਰਬੀਵੋਰਸ ਤੋਂ ਬਚਦੇ ਆ। ਜਿਵੇਂ ਕੰਡੇ ਕੈਕਟਸ ਦੇ ਉੱਤੇ, ਹੁਣ ਕੋਈ ਹਰਬੀਵੋਰ ਉਹਨੂੰ ਖਾਣ ਆਏਗਾ ਤਾਂ ਉਹਨੂੰ ਕੰਡੇ ਚੁੱਭ ਜਾਣਗੇ, ਬਚ ਜਾਣਗੇ ਪਲਾਂਟ। ਸੋ ਪਲਾਂਟ ਐਵੇਂ ਪ੍ਰੀਡੇਟਰਸ ਤੋਂ ਬਚਦੇ ਨੇ, ਠੀਕ ਹੈ ਜੀ। ਜਾਂ ਉਹ ਕਈ ਤਰ੍ਹਾਂ ਦੇ ਕੈਮੀਕਲ ਪ੍ਰੋਡਿਊਸ ਕਰਦੇ ਨੇ ਜਿਹੜੇ ਆਪਣੇ ਉਹਨਾਂ ਦੇ ਪ੍ਰੀਡੇਟਰ ਨੂੰ ਸਿੱਕ ਕਰ ਦਿੰਦੇ ਆ, ਠੀਕ ਹੈ ਜੀ। ਵੈਸੇ ਆਪਾਂ ਸਟੂਡੈਂਟਸ ਲੇਟਰ ਔਨ ਡਿਸਕਸ ਕਰਾਂਗੇ ਕਿ ਦੋਨਾਂ 'ਚੋਂ ਕਿਹਨੂੰ ਬੈਨੀਫਿਟ ਹੋਇਆ ਕਿਹਨੂੰ ਹਾਰਮ ਹੋਇਆ, ਪਰ ਅਸੀਂ ਤੇ ਇੱਕ ਛੋਟੀ ਜਿਹੀ ਚੀਜ਼, ਛੋਟਾ ਜਿਹਾ ਇੱਕ ਐਗਜ਼ਾਮਪਲ ਲੈ ਕੇ ਦੇਖ ਲੈਂਦੇ ਹਾਂ। ਪ੍ਰੀਡੇਟਰ, ਠੀਕ ਹੈ ਜੀ, ਪ੍ਰੇ ਨੂੰ ਕਿਲ ਕਰ ਰਿਹਾ ਤੇ ਖਾ ਰਿਹਾ। ਆਊਟ ਆਫ ਥੀਸ ਵਿਚ ਇਜ਼ ਬੈਨੀਫਿਟਡ ਐਂਡ ਵਿਚ ਇਜ਼ ਇਨ ਲਾਸ। ਕਿਹਨੂੰ ਲਾਸ ਹੋ ਰਿਹਾ ਤੇ ਕਿਹਨੂੰ ਬੈਨੀਫਿਟ ਹੋ ਰਿਹਾ? ਪ੍ਰੀਡੇਟਰ ਨੂੰ ਬੈਨੀਫਿਟ ਹੋ ਰਿਹਾ, ਪੋਜ਼ੀਟਿਵ। ਤੇ ਇਹ ਕੰਪੀਟੀਸ਼ਨ ਜਾਂ ਇਹ ਇੰਟਰੈਕਸ਼ਨ ਡੈਟਰੀਮੈਂਟਲ ਕਿਹਦੇ ਲਈ ਹੈ? ਪ੍ਰੇ ਲਈ, ਉਹਨੂੰ ਨੁਕਸਾਨ ਹੋ ਰਿਹਾ। ਸੋ ਇੱਕ ਇਸ ਤਰ੍ਹਾਂ ਦੀ ਇੰਟਰੈਕਸ਼ਨ ਨੂੰ ਅਸੀਂ ਕੀ ਕਹਿੰਦੇ ਹਾਂ? ਪਲੱਸ ਮਾਈਨਸ। ਇੱਕ 'ਚ ਪਲੱਸ, ਇੱਕ ਸਪੀਸ਼ੀ ਨੂੰ ਪਲੱਸ ਹੋ ਰਿਹਾ, ਇੱਕ ਸਪੀਸ਼ੀ ਨੂੰ ਬੈਨੀਫਿਟ ਹੋ ਰਿਹਾ, ਦੂਜੇ ਨੂੰ ਹਾਰਮ ਹੋ ਰਿਹਾ, ਨੁਕਸਾਨ ਹੋ ਰਿਹਾ। ਸੋ ਦਿਸ ਇਜ਼ ਆਲ ਅਬਾਊਟ ਪ੍ਰੀਡੇਸ਼ਨ। ਸੋ ਸਟੂਡੈਂਟ ਸੈਕਿੰਡ ਅਸੀਂ ਜਿਹੜਾ ਸਟਾਰਟ ਕਰਨ ਜਾ ਰਹੇ ਇੰਟਰੈਕਸ਼ਨ, ਉਹ ਹੈ ਸਾਡੇ ਕੋਲ ਕੰਪੀਟੀਸ਼ਨ, ਜਿਹੜੀ ਕਿ ਬਹੁਤ ਇੰਪੋਰਟੈਂਟ ਹੈ ਤੇ ਕਾਫੀ ਇੰਟਰਸਟਿੰਗ ਵੀ ਹੈ, ਰਾਈਟ। ਸੋ ਕੰਪੀਟੀਸ਼ਨ ਦੇ ਕੇਸ ਦੇ ਵਿੱਚ ਸਾਡੇ ਕੋਲ ਸਟੂਡੈਂਟਸ ਕੀ ਹੁੰਦਾ ਹੈ? ਇਨੀਸ਼ੀਅਲੀ ਡਾਰਵਿਨ ਨੇ ਕਿਹਾ ਸੀ ਕਿ ਇੰਟਰ ਸਪੈਸੀਫਿਕ ਜਿਹੜਾ ਕੰਪੀਟੀਸ਼ਨ ਹੈ, ਇੰਟਰ ਸਪੈਸੀਫਿਕ ਕੰਪੀਟੀਸ਼ਨ ਜਿਹੜੀ ਹੈ ਉਹ ਇੱਕ ਡਰਾਈਵਿੰਗ ਫੋਰਸ ਹੈ ਐਵੋਲੂਸ਼ਨ ਦੀ। ਡਰਾਈਵਿੰਗ ਫੋਰਸ ਮੀਨਸ ਇਹਦੇ ਕਰਕੇ ਐਵੋਲੂਸ਼ਨ ਹੁੰਦੀ ਹੈ, ਠੀਕ ਹੈ ਜੀ। ਵਾਟ ਇਜ਼ ਇੰਟਰ ਸਪੈਸੀਫਿਕ ਕੰਪੀਟੀਸ਼ਨ? ਮੈਂ ਹੁਣੇ ਦੱਸ ਕੇ ਹਟੀ ਹਾਂ। ਦੋ ਡਿਫਰੈਂਟ ਸਪੀਸ਼ੀਜ਼ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਫॉर द ਸੇਮ ਰਿਸੋਰਸ। ਹੁਣ ਦੋ ਆਰਗੇਨਿਜ਼ਮ ਨੇ, ਦੋ ਸਪੀਸ਼ੀ ਦੇ ਆਰਗੇਨਿਜ਼ਮ ਨੇ A ਤੇ B, ਉਹਨਾਂ ਦੇ ਆਲੇ ਦੁਆਲੇ ਸੇਮ ਰਿਸੋਰਸਿਸ ਨੇ, ਇੱਕੋ ਤਰ੍ਹਾਂ ਦੇ ਨਿਊਟ੍ਰੀਸ਼ਨ ਹੈ, ਠੀਕ ਹੈ ਜੀ। ਹੁਣ ਇਹਨਾਂ ਦੋਨਾਂ 'ਚ ਕੀ ਹੋਏਗਾ? ਕੰਪੀਟੀਸ਼ਨ, ਕਿ ਕੌਣ ਫੂਡ ਨੂੰ ਲਏਗਾ, ਠੀਕ ਹੈ ਜੀ। ਦੈਟ ਇਜ਼ ਇੰਟਰ ਸਪੈਸੀਫਿਕ ਕੰਪੀਟੀਸ਼ਨ। ਬਟ ਸਟੂਡੈਂਟਸ ਅਸੀਂ ਇੱਥੇ ਕਹਿ ਰਹੇ ਹਾਂ ਕਿ ਜਿਹੜਾ ਜਨਰਲੀ ਕਾਫੀ ਸਾਇੰਟਿਸਟ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਕੰਪੀਟੀਸ਼ਨ ਆ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੇ ਵਿੱਚ ਹੁੰਦਾ ਹੈ। ਜਿਹੜਾ ਕੰਪੀਟੀਸ਼ਨ ਹੁੰਦਾ ਹੈ ਉਹ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੇ ਵਿੱਚ ਹੁੰਦਾ ਹੈ, ਜਿਹੜੇ ਕਾਫੀ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ, ਜਿਹੜੇ ਇੱਕੋ ਜਿਹੇ ਤਰ੍ਹਾਂ ਦੀ ਚੀਜ਼ ਨੂੰ ਫੀਡ ਕਰਦੇ ਆ। ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੇ ਵਿੱਚ ਕੀ ਹੁੰਦਾ? ਆਪਸ 'ਚ ਕੰਪੀਟੀਸ਼ਨ ਫॉर द ਸੇਮ ਰਿਸੋਰਸਿਸ, ਜਿਹੜੇ ਉਹਦੇ ਬਾਹਰ ਚੀਜ਼ਾਂ ਅਵੇਲੇਬਲ ਨੇ, ਨਿਊਟਰੀਐਂਟਸ ਅਵੇਲੇਬਲ ਨੇ। ਬਟ ਇਹ ਗੱਲ ਹਮੇਸ਼ਾ ਟਰੂ ਨਹੀਂ ਹੈ, ਇਹਦੀ ਐਕਸੈਪਸ਼ਨ ਹੈ, ਜਾਂ ਤੁਸੀਂ ਕਹਿ ਲਓ ਦਿਸ ਇਜ਼ ਨਾਟ ਆਲਵੇਜ਼ ਟਰੂ ਕਿ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੇ ਵਿੱਚ ਹੀ ਜਿਹੜਾ ਹੈ ਉਹ ਕੰਪੀਟੀਸ਼ਨ ਹੁੰਦਾ ਹੈ। ਨਹੀਂ, ਦਿਸ ਇਜ਼ ਨਾਟ ਆਲਵੇਜ਼ ਟਰੂ। ਇਹਨੂੰ ਅਸੀਂ ਇਹਦੀ ਇੱਕ ਐਗਜ਼ਾਮਪਲ ਕਿਵੇਂ ਕਹਿ ਸਕਦੇ ਹਾਂ? ਦੋ ਟੋਟਲੀ ਅਨਰਿਲੇਟਡ ਸਪੀਸ਼ੀਜ਼, ਜਿਨ੍ਹਾਂ ਦੇ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ, ਫਲੈਮਿੰਗੋਸ ਤੇ ਫਿਸ਼ਿਜ਼, ਠੀਕ ਹੈ ਜੀ। ਇੱਥੇ ਅਸੀਂ ਤੁਹਾਨੂੰ ਇੱਕ ਜਗ੍ਹਾ ਦੀ ਗੱਲ ਦੱਸਣ ਜਾ ਰਹੀ ਹਾਂ। ਸਾਊਥ ਅਮਰੀਕਾ ਦਾ ਇੱਕ ਐਗਜ਼ਾਮਪਲ ਆਪਾਂ ਦੇਣ ਜਾ ਰਹੇ ਹਾਂ। ਸਾਊਥ ਅਮਰੀਕਾ ਦੀ ਇੱਕ ਲੇਕ ਹੈ ਜਿਹਦੇ ਵਿੱਚ ਪਹਿਲਾਂ ਤੋਂ ਫਿਸ਼ਿਜ਼ ਰਹਿੰਦੀਆਂ ਨੇ, ਅਤੇ ਸਪੋਜ਼ ਉਹਦੇ ਵਿੱਚ ਫਲੇਮਿੰਗੋਜ਼ ਵੀ ਇੰਟਰੋਡਿਊਸ ਕਰਾ ਦਿੱਤੇ ਗਏ। ਫਿਸ਼ਿਜ਼ ਉੱਥੋਂ ਦੀਆਂ ਰੈਜ਼ੀਡੈਂਟ ਨੇ, ਰਹਿੰਦੀਆਂ ਨੇ, ਠੀਕ ਹੈ ਜੀ। ਅਤੇ ਉਹਦੇ 'ਚ ਫਲੇਮਿੰਗੋਜ਼ ਇੰਟਰੋਡਿਊਸ ਕਰਾ ਦਿੱਤੇ ਗਏ। ਫਲੇਮਿੰਗੋਜ਼ ਐਂਡ ਫਿਸ਼ਿਜ਼ ਅਨਰਿਲੇਟਡ, ਦੇ ਆਰ ਨਾਟ ਐਟ ਆਲ ਰਿਲੇਟਡ ਟੂ ਈਚ ਅਦਰ। ਬਟ ਹੇਅਰ ਉਹਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਹੈ, ਠੀਕ ਹੈ ਜੀ। ਕੰਪੀਟੀਸ਼ਨ ਕੀ ਹੈ? ਦੋਨੋਂ ਸੇਮ ਤਰ੍ਹਾਂ ਦੇ ਫੂਡ 'ਤੇ ਅਟੈਕ ਕਰਦੇ ਨੇ। ਦੋਨਾਂ ਨੇ ਖਾਣਾ ਕੀ ਹੈ? ਜ਼ੂਪਲੈਂਕਟਨਸ, ਠੀਕ ਹੈ ਜੀ, ਪਾਣੀ 'ਚ ਰਹਿਣ ਵਾਲੇ ਛੋਟੇ ਛੋਟੇ ਐਨੀਮਲਸ, ਰਾਈਟ। ਸੋ ਫਲੇਮਿੰਗੋਜ਼ ਨੇ ਵੀ ਉਹ ਖਾਣੇ, ਫਿਸ਼ਿਜ਼ ਨੇ ਵੀ ਉਹੀ ਖਾਣੇ, ਤਾਂ ਕੰਪੀਟੀਸ਼ਨ ਹੋ ਗਿਆ। ਦਿਸ ਇਜ਼ ਵਾਟ ਵੀ ਕਾਲਡ ਐਸ ਕੰਪੀਟੀਸ਼ਨ ਨਾ। ਸੋ ਟੋਟਲੀ ਅਨਰਿਲੇਟਡ ਸਪੀਸ਼ੀ ਦੇ ਵਿੱਚ ਵੀ ਕੰਪੀਟੀਸ਼ਨ ਹੋ ਸਕਦਾ, ਅਤੇ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੇ ਵਿੱਚ ਵੀ ਕੰਪੀਟੀਸ਼ਨ ਹੋ ਸਕਦਾ ਹੈ, ਠੀਕ ਹੈ ਜੀ। ਹੁਣ ਅਸੀਂ ਦੋ ਟਰਮਸ ਇੱਥੇ ਹੋਰ ਕਲੀਅਰ ਕਰਾਂਗੇ ਕੰਪੀਟੀਸ਼ਨ ਦੇ ਕੇਸ ਦੇ ਵਿੱਚ। ਵਨ ਇਜ਼ ਇੰਟਰਫੇਅਰੈਂਸ ਕੰਪੀਟੀਸ਼ਨ, ਇੰਟਰਫੇਅਰੈਂਸ ਕੰਪੀਟੀਸ਼ਨ, ਐਂਡ ਸੈਕਿੰਡ ਜਿਹੜੀ ਅਸੀਂ ਇੱਥੇ ਟਰਮ ਯੂਜ਼ ਕਰਾਂਗੇ ਉਹ ਹੈ
competitive, one is interference competition and second is competitive release. Second is competitive release. ठीक है जी, ये दोनों असी टर्म हुण इत्थे क्लीयर करांगे. सब तो पहला इंटरफेरेंस कंपटीशन. सी हुणे हुणे असी कहा कि कंपटीशन किन्हां विच हुंदा है. ਅਸੀਂ ਸ਼ੁਰੂ 'ਚ ਇੱਕ ਡੈਫੀਨੇਸ਼ਨ ਕੀਤੀ, ਇੰਟਰ ਸਪੈਸੀਫਿਕ ਕੰਪੀਟੀਸ਼ਨ. ਹੁਣ ਕੰਪੀਟੀਸ਼ਨ ਕਿਉਂ ਹੈ? ਕਿਉਂਕਿ ਜਿਹੜੇ ਬਾਹਰ ਰਿਸੋਰਸਿਸ ਅਵੇਲੇਬਲ ਨੇ, ਜਿਹੜੇ ਬਾਹਰ ਨਿਊਟਰੀਐਂਟਸ ਅਵੇਲੇਬਲ ਨੇ, ਉਹ ਲਿਮਿਟਿਡ ਹੈ. ਗੱਲ ਅੰਡਰਸਟੈਂਡ ਹੋ ਗਈ? ਰਿਸੋਰਸਿਸ ਕਿਹਨੇ ਲਿਮਿਟਿਡ ਨੇ, ਚੀਜ਼ ਬਾਹਰ ਘੱਟ ਹੈ, ਸਪੀਸ਼ੀਜ਼ ਨੇ 2. ਹੁਣ ਕੌਣ ਖਾਏਗਾ? ਕਿਸੇ ਨੂੰ ਮਿਲੇਗਾ, ਕਿਸੇ ਨੂੰ ਨਹੀਂ ਮਿਲੇਗਾ. ਅੰਡਰਸਟੈਂਡ ਨਾ? ਦੇਖੋ ਇਸ ਡੈਫੀਨੇਸ਼ਨ ਦੀ ਦੋ ਚੀਜ਼ਾਂ, ਦੋ ਹਿੱਸੇ ਪੜੇ, ਇੰਟਰ ਸਪੈਸੀਫਿਕ ਕੰਪੀਟੀਸ਼ਨ ਤੇ ਰਿਸੋਰਸ ਲਿਮਿਟਿਡ ਨੇ. ਪਹਿਲੀ ਚੀਜ਼ ਨੂੰ ਤਾਂ ਅਸੀਂ ਫੇਲ ਕਰਤਾ, ਮਤਲਬ ਫੇਲ ਕਰਤਾ ਹੈ ਕਹਿ ਤੋ, ਉਹਦੀ ਤਾਂ ਅਸੀਂ ਐਕਸੈਪਸ਼ਨ ਲੱਭ ਲਈ ਕਿ ਹਮੇਸ਼ਾ ਕਲੋਜ਼ਲੀ ਰਿਲੇਟਡ ਸਪੀਸ਼ੀ ਦੇ ਵਿੱਚ ਨਹੀਂ ਕੰਪੀਟੀਸ਼ਨ ਹੁੰਦਾ, ਅਨਰਿਲੇਟਡ ਸਪੀਸ਼ੀ ਦੇ ਵਿੱਚ ਵੀ ਕੰਪੀਟੀਸ਼ਨ ਹੋ ਸਕਦਾ. ਹੁਣ ਦੂਸਰੀ ਜਿਹੜੀ ਅਸੀਂ ਗੱਲ ਕਹੀ ਸੀ ਕਿ ਰਿਸੋਰਸਿਸ ਲਿਮਿਟਿਡ ਹੋਵੇ ਤਾਂ ਹੀ ਕੰਪੀਟੀਸ਼ਨ ਹੋ ਸਕਦਾ, ਅਸੀਂ ਇਸ ਗੱਲ ਨੂੰ ਵੀ ਹੁਣ ਐਕਸੈਪਸ਼ਨ ਦੇ ਨਾਲ ਗਲਤ ਪ੍ਰੂਫ ਕਰ ਦੇਣਾ. ਇਟ ਇਜ਼ ਨਾਟ ਆਲਵੇਜ਼ ਟਰੂ ਕਿ ਰਿਸੋਰਸਿਸ ਲਿਮਿਟਿਡ ਹੀ ਹੋਣ ਤਾਂ ਹੀ ਕੰਪੀਟੀਸ਼ਨ ਹੁੰਦਾ. ਨੋ. ਹੁਣ ਇੱਥੇ ਕੀ ਹੈ, ਸਪੋਜ਼ ਕਰੋ ਰਿਸੋਰਸਿਸ ਅਬੰਡੈਂਟ ਨੇ. ਰਿਸੋਰਸਿਸ ਕੀ ਨੇ? ਅਬੰਡੈਂਟ, ਬਹੁਤ ਜ਼ਿਆਦਾ ਨੇ ਰਿਸੋਰਸਿਸ. ਹੁਣ ਇੱਥੇ ਪ੍ਰੋਬਲਮ ਕੀ ਆ ਗਈ? ਪ੍ਰੋਬਲਮ ਇਹ ਆ ਗਈ ਕਿ ਇੱਕ ਦੀ ਸਪੋਜ਼ 2 ਸਪੀਸ਼ੀਜ਼ ਨੇ A ਤੇ B, ਇੱਕ ਦੀ ਫੀਡਿੰਗ ਐਫੀਸ਼ੀਐਂਸੀ ਨੂੰ ਦੂਜਾ ਸਪੀਸ਼ੀਜ਼ ਘਟਾ ਰਿਹਾ, ਉਹ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ, ਤਾਂ ਇਹ ਜਿਹੜਾ ਹੈ ਉਹਦੀ ਫੀਡਿੰਗ ਐਫੀਸ਼ੀਐਂਸੀ ਘਟ ਰਹੀ ਹੈ. ਦੇਖੋ ਇਹ ਆਪਣੀ ਜਗ੍ਹਾ 'ਤੇ ਸਪੋਜ਼ ਪ੍ਰੈਜ਼ੈਂਟ ਸੀ ਪਹਿਲਾਂ, ਠੀਕ ਹੈ ਜੀ, ਇਹ ਉੱਥੋਂ ਦਾ ਰਾਜਾ ਸੀ, ਇਹ ਬਾਹਰ ਰਿਸੋਰਸਿਸ ਅਬੰਡੈਂਟ ਨੇ, ਇਹਨੂੰ ਪ੍ਰੋਪਰਲੀ ਖਾਣਾ ਵੀ ਮਿਲ ਰਿਹਾ, ਰੀਪਰੋਡਿਊਸ ਵੀ ਕਰ ਰਿਹਾ, ਉਹਦੀ ਸਪੀਸ਼ੀਜ਼ ਦੀ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ. ਹੁਣ ਅਸੀਂ ਉਹਦੇ ਵਿੱਚ ਉਸ ਜਗ੍ਹਾ 'ਤੇ B ਇੰਟਰੋਡਿਊਸ ਕਰਾਤਾ. ਹੁਣ B ਜਿਹੜਾ ਹੈ ਸਟੂਡੈਂਟਸ, ਉਹ A ਨੂੰ ਇੰਟਰਫੇਅਰ ਕਰ ਰਿਹਾ, ਇਨਹਿਬਿਟ ਕਰ ਰਿਹਾ, ਰੋਕ ਰਿਹਾ ਕਿਸੇ ਕਾਰਨਵਸ਼. ਹੋ ਸਕਦਾ B ਸਟਰੋਂਗ ਹੋਵੇ, ਉਹ ਕਿਸੇ ਕਾਰਨਵਸ਼ ਇਹਨੂੰ ਰੋਕ ਰਿਹਾ. ਸੋ ਹੋਇਆ ਕਿ ਇਹ ਹੁਣ ਪ੍ਰੋਪਰਲੀ ਨਿਊਟਰੀਐਂਟ ਨਹੀਂ ਲੈ ਪਾਏਗਾ ਨਾ. ਹੁਣ ਇਹਨਾਂ ਦੇ ਵਿੱਚ ਕੀ ਆ ਜਾਏਗਾ? ਇੱਕ ਕੰਪੀਟੀਸ਼ਨ ਜਿਹਨੂੰ ਇੰਟਰਫੇਅਰੈਂਸ ਕੰਪੀਟੀਸ਼ਨ ਕਹਿੰਦੇ, ਇਹਦੇ ਵਿੱਚ ਇੰਟਰਫੇਅਰ ਕਰ ਰਿਹਾ. ਅਸੀਂ ਦੋਨੋਂ ਗੱਲਾਂ ਨੂੰ ਰੋਂਗ ਪ੍ਰੂਫ ਕਰਤਾ ਕਿ ਕੰਪੀਟੀਸ਼ਨ ਸਿਰਫ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੇ ਵਿੱਚ ਹੀ ਨਹੀਂ, ਅਨਰਿਲੇਟਡ ਸਪੀਸ਼ੀ 'ਚ ਵੀ ਹੋ ਸਕਦਾ. ਐਂਡ ਜਿਹੜਾ ਕੰਪੀਟੀਸ਼ਨ ਹੈ, ਅਗਰ ਬਾਹਰ ਰਿਸੋਰਸਿਸ ਲਿਮਿਟਿਡ ਹੋਣ ਤਾਂ ਹੀ ਨਹੀਂ ਇਕੱਲਾ ਕੰਪੀਟੀਸ਼ਨ ਹੁੰਦਾ, ਜੇ ਰਿਸੋਰਸਿਸ ਅਬੰਡੈਂਟ ਹੋਣ, ਵਾਧੂ ਹੋਣ, ਤਾਂ ਵੀ ਕੰਪੀਟੀਸ਼ਨ ਹੋ ਸਕਦਾ, ਕਿਉਂਕਿ ਇੱਕ ਜਿਹੜੀ ਸਪੀਸ਼ੀਜ਼ ਹੈ ਉਹ ਦੂਜੇ ਨੂੰ ਇੰਟਰਫੇਅਰ ਵੀ ਕਰਦੀ ਹੈ. ਠੀਕ ਹੈ, ਬਿਫੋਰ ਅਸੀਂ ਇਹਨੂੰ ਪੜ੍ਹੀਏ ਕੰਪੀਟੀਟਿਵ ਰਿਲੀਜ਼ ਨੂੰ, ਪਹਿਲਾਂ ਇਹਦੇ ਨਾਲ ਰਿਲੇਟਡ ਹੀ ਇੱਕ ਅਸੀਂ ਪ੍ਰਿੰਸੀਪਲ ਵੀ ਪੜ੍ਹ ਲੈਂਦੇ ਹਾਂ. ਇੱਥੇ ਆਉਂਦਾ ਸਾਡੇ ਕੋਲ ਗੌਸ ਕੰਪੀਟੀਟਿਵ ਐਕਸਕਲੂਸਿਵ ਪ੍ਰਿੰਸੀਪਲ. ਕੀ ਕਹਿੰਦਾ ਗੌਸ ਕੰਪੀਟੀਟਿਵ ਐਕਸਕਲੂਸਿਵ ਪ੍ਰਿੰਸੀਪਲ? ਸਾਨੂੰ ਕੀ ਕਹਿੰਦਾ? ਸੋ ਗੌਸ ਕੰਪੀਟੀਟਿਵ ਐਕਸਕਲੂਸਿਵ ਪ੍ਰਿੰਸੀਪਲ ਸਾਨੂੰ ਸਟੂਡੈਂਟਸ ਕਹਿੰਦਾ ਹੈ, ਜਦੋਂ 2 ਸਪੀਸ਼ੀਜ਼, ਸਪੋਜ਼ ਕਰੋ 2 ਸਪੀਸ਼ੀਜ਼ ਨੇ, ਕੰਪੀਟ ਫॉर ਸੇਮ ਰਿਸੋਰਸਿਸ ਲਈ ਦੋਨਾਂ ਦੇ ਵਿੱਚ ਕੰਪੀਟੀਸ਼ਨ ਹੈ. ਠੀਕ ਹੈ ਜੀ, 2 ਸਪੀਸ਼ੀਜ਼ ਨੇ ਸੇਮ ਰਿਸੋਰਸਿਸ ਦੇ ਵਿੱਚ ਲਈ, ਦੋਨੋਂ ਕੰਪੀਟ ਕਰ ਰਹੇ ਨੇ ਵਿਦਿਨ ਐਨ ਐਨਵਾਇਰਮੈਂਟ. ਵਨ ਆਫ ਦੈਮ ਵਿਲ ਡਿਸਪਲੇਸ ਦਾ ਅਦਰ. ਇੱਕ ਦੂਜੇ ਨੂੰ, ਇੱਕ ਸਪੀਸ਼ੀ ਦੂਜੇ ਸਪੀਸ਼ੀਜ਼ ਨੂੰ ਡਿਸਪਲੇਸ ਕਰ ਦੂਗੀ, ख़त्म कर दूगी. ठीक है जी, और ਜਿਹੜੀ बेचारी स्पीशी डिसप्लेस होगी वो एक समय ਤੇ आके एक्सटिंक्ट हो जाएगी, ख़त्म हो जाएगी. एक गॉस कहता है. मैं ਇਹਦੇ ਲਈ ਤੁਹਾਨੂੰ ਇੱਕ एग्जाम्पल ਦਿੰਦੀ ਹਾਂ. सपोज ਇੱਕ ਤੁਸੀਂ ਸੁਣਿਆ ਹੋਣਾ ਗੈਲਾਪੈਗਸ ਆਈਲੈਂਡ, ਜਾਂ ਸੁਣੋਗੇ. ਗੈਲਾਪੈਗਸ ਸਾਡੇ ਕੋਲ ਆਈਲੈਂਡ ਹੈ. ਠੀਕ ਹੈ ਜੀ, ਹੁਣ ਗੈਲਾਪੈਗਸ ਆਈਲੈਂਡ ਦੇ ਵਿੱਚ ਸਾਡੇ ਕੋਲ ਕੀ ਹੁੰਦਾ, ਮੈਂ ਲਿਖ ਦਿੰਦੀ ਹਾਂ, ਰਿਪੀਟ ਕਰਦੀ ਹਾਂ. ਸਾਡੇ ਕੋਲ ਇੱਕ ਆਈਲੈਂਡ ਹੈ, ਦੇਖੋ ਗੈਲਾਪੈਗਸ ਆਈਲੈਂਡ ਹੈ. ਠੀਕ ਹੈ ਜੀ, ਗੈਲਾਪੈਗਸ ਆਈਲੈਂਡ ਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਦੇ ਟੋਰਟੋਇਜ਼ ਨੇ, ਮੈਂ ਉਹਨਾਂ ਦਾ ਨਾਮ ਲਿਖ ਰਹੀ ਹਾਂ ਜੀ, ਐਬਿੰਗਡਨ ਟੋਰਟੋਇਜ਼. ਕਿਹੜੇ ਟੋਰਟੋਇਜ਼ ਨੇ? ਐਬਿੰਗਡਨ ਟੋਰਟੋਇਜ਼. ਰਾਜੇ ਉੱਥੋਂ ਦੇ, ਬਾਹਰ ਰਿਸੋਰਸਿਸ ਅਵੇਲੇਬਲ ਨੇ, ਖਾ ਰਹੇ ਨੇ, ਡਿਵੈਲਪ ਕਰ ਰਹੇ ਨੇ, ਗਰੋ ਕਰ ਰਹੇ ਨੇ. ਸਪੋਜ਼ ਉੱਥੇ ਗੋਟਸ ਨੂੰ ਇੰਟਰੋਡਿਊਸ ਕਰਾ ਦਿੱਤਾ ਗਿਆ.
कुछ समय बाद की देखा गया एबिंगटन टोरटॉइज दी नंबर घटना शुरू हो गया। ठीक है जी, जो एबिंगटन टोरटॉइज ने एक्सटिंक्ट होने शुरू हो गए डिकेड आफ्टर 10 ईयर्स यू कैन से, या कुछ सालों बाद जो एबिंगटन टोरटॉइज सीगे वो खत्म होने लग गए। ठीक है जी, हुण क्यों खत्म होने लग गए? ਜਿਹੜੇ ਗੋਟ ਸੀਗੀਆਂ ਦੋਨਾਂ ਲਈ ਰਿਸੋਰਸਿਸ ਬਾਹਰ ਇੱਕੋ ਜਿਹੇ ਸੀ। ਗੋਟਸ ਜਿਹੜੀਆਂ ਸੀ ਉਹਨਾਂ ਦੀ ਸਰਚ ਕਰਨ ਦੀ ਕਪੈਸਿਟੀ ਬਹੁਤ ਵਧੀਆ ਹੁੰਦੀ ਹੈ। ਠੀਕ ਹੈ ਜੀ, ਅਸੀਂ ਇਹਨੂੰ ਕਹਿੰਦੇ ਹਾਂ ਬਰਾਊਜ਼ਿੰਗ ਕਪੈਸਿਟੀ, ਸਰਚ ਕਰਨਾ ਕਿਸੇ ਚੀਜ਼ ਨੂੰ। ਗੋਟਸ ਦੀ ਬੈਟਰ ਸੀ, ਗੋਟ ਸਰਚ ਜਲਦੀ ਕਰ ਲੈਂਦੇ ਸੀ, ਭੋਜਨ ਖਾ ਲੈਂਦੇ ਸੀ। ਐਬਿੰਗਟਨ ਟੋਰਟੋਇਜ਼ ਵਿਚਾਰੇ ਰਹਿ ਜਾਂਦੇ ਸੀ। ਸੋ ਇਹਦੇ ਨਾਲ ਕੀ ਹੈ, ਐਬਿੰਗਟਨ ਟੋਰਟੋਇਜ਼ ਹੌਲੀ ਹੌਲੀ ਕਰਦੇ ਖਤਮ ਹੋ ਗਏ। ਤਾਂ ਇਹ ਕੀ ਹੈ ਸਾਡੇ ਕੋਲ ਕੰਪੀਟੀਟਿਵ ਐਕਸਕਲੂਜਨ। ਤੇ ਇਹ ਸਾਨੂੰ ਪ੍ਰਿੰਸੀਪਲ ਕਿੰਨੇ ਦਿੱਤਾ? ਗੌਸ ਨੇ। ਕਿਹਨੇ ਦਿੱਤਾ? ਗੌਸ ਨੇ। ਤੇ ਕੁਝ ਹੋਰ ਇਕੋਲੋਜਿਸਟ ਨੇ ਕੰਪੀਟੀਟਿਵ ਐਕਸਕਲੂਸਿਵ ਪ੍ਰਿੰਸੀਪਲ। ਠੀਕ ਹੈ ਜੀ, ਇੱਕ ਟਰਮ ਅਸੀਂ ਹੋਰ ਕਰਨੀ ਹੈ ਇੱਥੇ, ਆਪਾਂ ਹੁਣੇ ਕਰ ਰਹੇ ਸੀਗੇ। ਇੱਕ ਤਾਂ ਅਸੀਂ ਕਰ ਲਈ ਇੰਟਰਫੇਰੈਂਸ ਕੰਪੀਟੀਸ਼ਨ। ਠੀਕ ਹੈ ਜੀ, ਦੂਸਰਾ ਆ ਗਿਆ ਕੰਪੀਟੀਟਿਵ ਰਿਲੀਜ਼। ਹੁਣ ਕੰਪੀਟੀਟਿਵ ਰਿਲੀਜ਼ ਪਹਿਲਾਂ ਅੰਡਰਸਟੈਂਡ ਕਰ ਲਓ ਕੀ ਹੁੰਦਾ। ਸਪੋਜ਼ ਇਹ ਇੱਕ ਜਗ੍ਹਾ ਹੈ, ਇੱਥੇ ਕੋਈ ਸਪੀਸ਼ੀ ਰਹਿੰਦਾ ਏ, ਇਸ ਜਗ੍ਹਾ ਤੇ ਇਸ ਜਗ੍ਹਾ ਦੇ ਲਾਗੇ ਇੱਕ ਸਪੀਸ਼ੀ ਰਹਿੰਦਾ ਬੀ। ਬੀ ਇਜ਼ ਵੈਰੀ ਵੈਰੀ ਪਾਵਰਫੁਲ, ਡੋਮੀਨੇਟਿੰਗ ਹੈ। ਹੁਣ ਏ ਜਿਹੜਾ ਹੈ ਉਹ ਵਿਚਾਰਾ ਕੁਛ ਹੱਦ ਤੱਕ ਰਿਸੋਰਸਿਸ ਲੈ ਪਾਏਗਾ, ਕੁਛ ਹੱਦ ਤੱਕ, ਬਹੁਤ ਜ਼ਿਆਦਾ ਨਹੀਂ, ਕਿਉਂਕਿ ਬਾਹਰ ਉਹਦੇ ਤੋਂ ਡੋਮੀਨੈਂਟ, ਉਹਦੇ ਤੋਂ ਪਾਵਰਫੁਲ ਬੰਦਾ ਬੈਠਾ। ਜੇ ਅਸੀਂ ਕਿਸੇ ਤਰੀਕੇ ਨਾਲ ਬੀ ਨੂੰ, ਪਾਵਰਫੁਲ ਬੰਦੇ ਨੂੰ ਹਟਾ ਦਈਏ ਤਾਂ ਇਹ ਕੀ ਕਰੂਗਾ? ਆਪਣੀ ਜਗ੍ਹਾ ਨੂੰ, ਜਿਹੜਾ ਥੋੜ੍ਹੀ ਜਗ੍ਹਾ 'ਤੇ ਰਿਸਟ੍ਰਿਕਟ ਹੋ ਕੇ ਬੈਠਾ ਸੀ, ਉਹ ਆਪਣੀ ਜਗ੍ਹਾ ਤੋਂ ਬਾਹਰ ਨਿਕਲ ਕੇ ਰਿਸੋਰਸਿਸ ਨੂੰ ਯੂਟੀਲਾਈਜ਼ ਕਰੂਗਾ। ਦਿਸ ਇਜ਼ ਕੰਪੀਟੀਟਿਵ ਰਿਲੀਜ਼। ਮੈਂ ਰਿਪੀਟ ਕਰਦੀ ਹਾਂ ਕੰਪੀਟੀਟਿਵ ਰਿਲੀਜ਼ ਦੀ ਡੈਫੀਨੇਸ਼ਨ, ਫਿਰ ਸਾਨੂੰ ਬੈਟਰ ਅੰਡਰਸਟੈਂਡ ਹੋਏਗਾ। ਕੰਪੀਟੀਟਿਵ ਰਿਲੀਜ਼ ਕੀ ਹੈ? ਐਕਸਪੈਂਸ਼ਨ। ਇਹਦੀ ਜਿਹੜੀ ਰੇਂਜ ਹੈ ਇਸ ਸਪੀਸ਼ੀ ਦੀ, ਪਹਿਲਾਂ ਇਹ ਥੋੜ੍ਹੀ ਰੇਂਜ ਵਿੱਚ ਹੀ ਬੈਠਾ ਸੀ, ਥੋੜ੍ਹੀ ਏਰੀਆ ਦੇ ਵਿੱਚ ਹੀ ਇਹ ਰਹਿੰਦਾ ਸੀ। ਬਾਅਦ 'ਚੋਂ ਇਹਨੇ ਆਪਣੀ ਜਿਹੜੀ ਰੇਂਜ ਹੈ ਐਕਸਪੈਂਡ ਕੀਤੀ, ਜਦੋਂ ਇਹਦੇ ਲਾਗਿਓਂ ਕੰਪੀਟੀਸ਼ਨ ਨੂੰ ਹਟਾ ਦਿੱਤਾ ਗਿਆ, ਜਾਂ ਕੋਈ ਇਹੋ ਜਿਹੇ ਡੋਮੀਨੇਟਿੰਗ ਸਪੀਸ਼ੀ ਨੂੰ ਤੋਂ ਹਟਾ ਦਿੱਤਾ ਗਿਆ, ਤਾਂ ਇਹਨੇ ਆਪਣੀ ਰੇਂਜ ਵਧਾ ਲਈ। ਸੋ ਦੋ ਟਰਮ ਅਸੀਂ ਕੀਤੀਆਂ, ਇੰਟਰਫੇਰੈਂਸ ਕੰਪੀਟੀਸ਼ਨ ਅਤੇ ਕੰਪੀਟੀਟਿਵ ਰਿਲੀਜ਼। ਐਂਡ ਇੱਕ ਅਸੀਂ ਕੀਤਾ ਪ੍ਰਿੰਸੀਪਲ, ਦੈਟ ਇਜ਼ ਗੌਸ ਕੰਪੀਟੀਟਿਵ ਐਕਸਕਲੂਸਿਵ ਪ੍ਰਿੰਸੀਪਲ। ਠੀਕ ਹੈ ਜੀ, ਸੋ ਇੱਥੇ ਫਿਨਿਸ਼ ਹੁੰਦਾ ਸਾਡੇ ਕੋਲ ਕੰਪੀਟੀਸ਼ਨ। ਸੋ ਤੁਸੀਂ ਕੰਪੀਟੀਸ਼ਨ 'ਚ ਸਟੂਡੈਂਟਸ ਕੀ ਓਬਜ਼ਰਵ ਕੀਤਾ? ਏ ਅਤੇ ਬੀ 'ਚ ਜੇ ਕੰਪੀਟੀਸ਼ਨ ਹੈ, ਦੋਨਾਂ 'ਚੋਂ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੈ? ਕੰਪੀਟੀਸ਼ਨ ਹੈ, ਦੋਨਾਂ ਨੂੰ ਹੀ ਹੋ ਸਕਦਾ ਹੈ ਨੁਕਸਾਨ, ਫਾਇਦਾ ਤਾਂ ਕਿਸੇ ਨੂੰ ਵੀ ਨਹੀਂ ਹੋ ਰਿਹਾ। ਦੋਨੋਂ ਕੰਪੀਟ ਕਰ ਰਹੇ ਹੈ। ਜੇ ਭੋਜਨ ਅਵੇਲੇਬਲ ਹੈ ਬਾਹਰ, ਕਿਸੇ ਨੂੰ ਮਿਲ ਰਿਹਾ, ਕਿਸੇ ਨੂੰ ਨਹੀਂ ਮਿਲ ਰਿਹਾ। ਸੋ ਆਪਾਂ ਇਹ ਨਹੀਂ ਲੈਣਾ ਕਿ ਕੌਣ ਤਾਕਤਵਰ ਹੈ ਕੌਣ ਨਹੀਂ ਹੈ, ਪਰ ਜੇ ਦੋਨੋਂ ਇੱਕੋ ਜਗ੍ਹਾ 'ਤੇ ਇੱਕੋ ਜਿਹੇ ਰਿਸੋਰਸਿਸ ਲਈ ਲੜ ਰਹੇ ਨੇ ਤਾਂ ਕੰਪੀਟੀਸ਼ਨ ਦੇ ਵਿੱਚ ਦੋਨਾਂ ਨੂੰ ਹੀ ਹਾਰਮ ਹੁੰਦਾ। ਸੋ ਜਦੋਂ ਵੀ ਅਸੀਂ ਕੰਪੀਟੀਸ਼ਨ ਲਵਾਂਗੇ, ਦੋਨਾਂ ਨੂੰ ਡੈਟਰੀਮੈਂਟਲ ਇਫੈਕਟ ਹੋਏਗਾ, ਤਾਂ ਇਹਨੂੰ ਅਸੀਂ ਕਿਹੜੀ ਇੰਟਰੈਕਸ਼ਨ ਕਹਿੰਦੇ ਹਾਂ? ਨੈਗੇਟਿਵ। ਠੀਕ ਹੈ ਜੀ, ਸੋ ਥਰਡ ਅਸੀਂ ਇੰਟਰੈਕਸ਼ਨ ਕਰਨ ਜਾ ਰਹੇ ਹਾਂ ਪੈਰਾਸਿਟਿਜ਼ਮ। ਪੈਰਾਸਿਟਿਜ਼ਮ 'ਚ ਸਟੂਡੈਂਟ ਕੀ ਹੁੰਦਾ? ਇੱਕ ਆਰਗੈਨਿਜ਼ਮ ਜਿਹਨੂੰ ਅਸੀਂ ਪੈਰਾਸਾਈਟ ਕਹਿੰਦੇ ਹਾਂ, ਉਹ ਹੋਸਟ ਤੋਂ ਆਪਣਾ ਭੋਜਨ ਲੈਂਦਾ ਹੈ। ਠੀਕ ਹੈ ਜੀ, ਇਹ ਉਹ ਇੰਟਰੈਕਸ਼ਨ ਹੈ ਇਨ ਵਿਚ ਵਨ ਆਰਗੈਨਿਜ਼ਮ ਹੂ ਹੈਜ਼ ਸਮਾਲ ਸਾਈਜ਼ obtain its food or nourishment from the larger organism। ਛੋਟਾ ਆਰਗੈਨਿਜ਼ਮ ਵੱਡੇ ਆਰਗੈਨਿਜ਼ਮ ਤੋਂ ਆਪਣਾ ਭੋਜਨ ਲੈਂਦਾ। ਅਸੀਂ ਇਹਨੂੰ ਕਹਿੰਦੇ ਹਾਂ ਜਿਹੜਾ ਭੋਜਨ ਜਿਹੜਾ ਲੈਂਦਾ ਹੈ ਉਹ ਪੈਰਾਸਾਈਟ, ਜਿਹਦੇ ਤੋਂ ਲੈਂਦਾ ਉਹ ਹੋਸਟ। ਠੀਕ ਹੈ ਜੀ, ਹੁਣ ਇਹਦੇ ਵਿੱਚ ਸਾਡੇ ਕੋਲ ਕੁਝ ਐਗਜ਼ਾਮਪਲ ਕਰਾਂਗੇ। ਪਹਿਲਾਂ ਅਸੀਂ ਇੱਕ ਗੱਲ ਇੱਥੇ ਦੇਖ ਲੈਂਦੇ ਹਾਂ। ਕਈ ਪੈਰਾਸਾਈਟ ਬੋਡੀ ਦੇ ਅੰਦਰ ਰਹਿੰਦੇ ਨੇ, ਦੇ ਆਰ ਕਾਲਡ ਐਜ਼ ਐਂਡੋਪੈਰਾਸਾਈਟਸ। ਕਈ ਬੋਡੀ ਦੇ ਬਾਹਰ ਰਹਿੰਦੇ ਨੇ, ਦੇ ਆਰ ਕਾਲਡ ਐਜ਼ ਐਕਟੋਪੈਰਾਸਾਈਟਸ। ਜਿਵੇਂ ਹੁਣ ਜੂੰ ਹੈ, ਲਾਈਸ ਹੈ, ਉਹ ਹਿਊਮਨ ਦੀ ਬੋਡੀ ਦੇ ਉੱਪਰ ਰਹਿੰਦੀ ਹੈ, ਐਕਟੋਪੈਰਾਸਾਈਟ। ਕਈ ਆਰਗੈਨਿਜ਼ਮ ਜਿਹੜੇ ਬੋਡੀ ਦੇ ਅੰਦਰ ਰਹਿੰਦੇ ਨੇ, ਜਿਵੇਂ ਟਰਾਈਪੈਨੋਸੋਮਾ ਹੈ, ਐਸਕੈਰਿਸ ਹੈ, ਸਾਡੇ ਕੋਲ ਟੀਨੀਆ ਸੋਲੀਅਮ ਹੈ, ਇਹ ਬੋਡੀ ਦੇ ਅੰਦਰ ਰਹਿੰਦੇ, ਦੇ ਆਰ ਐਂਡੋਪੈਰਾਸਾਈਟ। ਠੀਕ ਹੈ, ਹੁਣ ਤੁਸੀਂ ਇਹ ਦੱਸੋ ਪੈਰਾਸਾਈਟ ਤੇ ਹੋਸਟ 'ਚੋਂ ਫਾਇਦਾ ਕਿਹਨੂੰ ਹੋਇਆ? ਕਿੰਨੇ ਭੋਜਨ ਲਿਆ? ਪੈਰਾਸਾਈਟ ਨੇ, ਪੋਜ਼ੀਟਿਵ, ਉਹਦਾ ਫਾਇਦਾ ਹੋ ਗਿਆ। ਹੋਸਟ ਦਾ ਕੀ ਹੈ? ਨੁਕਸਾਨ ਹੋਇਆ। ਜਿਵੇਂ ਸਪੋਜ਼ ਲਾਈਸ ਸਾਡਾ ਬਲੱਡ ਸਕ ਕਰੇ ਤਾਂ ਹੋਸਟ ਦਾ ਕੀ ਹੁੰਦਾ? ਨੁਕਸਾਨ। ਇਹ ਫਿਰ ਕਿਹੜੀ ਤਰ੍ਹਾਂ ਦੀ ਇੰਟਰੈਕਸ਼ਨ ਹੋਈ? ਪੋਜ਼ੀਟਿਵ ਨੈਗੇਟਿਵ ਟਾਈਪ ਆਫ ਇੰਟਰੈਕਸ਼ਨ। ਠੀਕ ਹੈ ਜੀ, ਉਸ ਤੋਂ ਨੈਕਸਟ ਅਸੀਂ ਜਿਹੜਾ ਇੰਟਰੈਕਸ਼ਨ ਕਰਨ ਜਾ ਰਹੇ ਹਾਂ, ਫੋਰਥ ਟਾਈਪ, ਉਹ ਹੈ ਕਮੈਂਸਲਿਜ਼ਮ। ਕਮੈਂਸਲਿਜ਼ਮ 'ਚ ਕੀ ਹੈ? ਇਹ ਉਹ ਇੰਟਰੈਕਸ਼ਨ ਹੈ, ਇਟ ਇਜ਼ ਅ ਇੰਟਰੈਕਸ਼ਨ ਬਿਟਵੀਨ ਇੰਡੀਵਿਜੂਅਲਸ ਆਫ ਟੂ ਡਿਫਰੈਂਟ ਸਪੀਸ਼ੀਜ਼ ਇਨ ਵਿਚ ਵਨ ਇਜ਼ ਬੈਨੀਫਿਟਡ। ਇੱਕ ਸਪੀਸ਼ੀ ਨੂੰ ਕੀ ਹੋ ਰਿਹਾ? ਬੈਨੀਫਿਟ। ਐਂਡ ਜਿਹੜੀ ਸੈਕਿੰਡ ਸਪੀਸ਼ੀਜ਼ ਹੈ ਅਨਅਫੈਕਟਿਡ, ਉਹਨੂੰ ਕੋਈ ਵੀ ਪ੍ਰਭਾਵ ਨਹੀਂ ਪੈ ਰਿਹਾ।
ਜਿਹੜੀ ਫਸਟ ਸਪੀਸ਼ੀਜ਼ ਹੈ ਉਹਨੂੰ ਬੈਨੀਫਿਟ ਹੋ ਰਿਹਾ, ਦੂਜੀ ਸਪੀਸ਼ੀ ਨੂੰ ਕੋਈ ਵੀ ਇਫੈਕਟ ਨਹੀਂ ਪੈ ਰਿਹਾ। ਜਿਹਨੂੰ ਬੈਨੀਫਿਟ ਹੁੰਦਾ ਸੀ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਪੋਜ਼ਿਟਿਵ ਨਾਲ। ਜਿਹਨੂੰ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਉਹਨੂੰ ਜ਼ੀਰੋ ਨਾਲ। ਸੋ ਪੋਜ਼ਿਟਿਵ ਜ਼ੀਰੋ ਟਾਈਪ ਆਫ ਇੰਟਰੈਕਸ਼ਨ। ਹੁਣ ਅਸੀਂ ਇਹਦੀ ਇੱਕ ਐਗਜ਼ਾਮਪਲ ਲੈ ਲਾਂਗੇ। ਸੋ ਕੋਮੈਂਸਲਿਜ਼ਮ ਦੀ ਇੱਕ ਐਗਜ਼ਾਮਪਲ ਅਸੀਂ ਲੈਂਦੇ ਹਾਂ। ਕੈਟਲ ਦੀ ਬਾਡੀ ਦੇ ਉੱਤੇ ਇੱਕ ਬਰਡ ਬਹਿੰਦਾ, ਠੀਕ ਹੈ ਜੀ, ਅਰਗਰੈਟ, ਈਗਰੈਟ, ਠੀਕ ਹੈ ਜੀ। ਇਹ ਕੈਟਲ ਦੀ ਬਾਡੀ ਦੇ ਉੱਤੇ ਬਹਿੰਦਾ, ਠੀਕ ਹੈ ਜੀ। ਸੋ ਕੈਟਲ ਦੀ ਬੈਕ ਦੇ ਉੱਤੇ, ਬਾਡੀ ਦੇ ਉੱਤੇ ਜਦੋਂ ਇਹ ਰਹਿੰਦਾ ਹੈ, ਤਾਂ ਜਦੋਂ ਕੈਟਲ ਮੂਵ ਕਰਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਕੋਈ ਪਸ਼ੂ ਹੈ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰ ਰਿਹਾ, ਉਹਦੇ ਮੂਵ ਕਰਨ ਦੇ ਨਾਲ, ਜਿੱਦਾਂ ਸਪੋਜ਼ ਉਹ ਕਿਸੇ ਗਰਾਸ 'ਤੇ ਜਾਂ ਕਿਸੇ ਵੈਜੀਟੇਸ਼ਨ 'ਤੇ ਮੂਵ ਕਰ ਰਿਹਾ, ਉਹਦੇ ਮੂਵ ਕਰਨ ਦੇ ਨਾਲ, ਉਹਦੇ ਪੈਰਾਂ ਦੇ ਨਾਲ, ਕਿਉਂਕਿ ਉਹ ਹਿੱਲ ਰਿਹਾ, ਉਹਦੇ ਨਾਲ ਇਨਸੈਕਟ ਬਾਹਰ ਆ ਰਹੇ ਨੇ। ਅਤੇ ਜਦੋਂ ਇਨਸੈਕਟ ਬਾਹਰ ਆਉਣਗੇ ਤਾਂ ਜਿਹੜੇ ਕੈਟਲ ਦੀ ਬਾਡੀ 'ਤੇ ਐਗਰੇਟ ਬੈਠੇ ਨੇ ਉਹ ਉਹਨਾਂ ਇਨਸੈਕਟ ਨੂੰ ਖਾ ਜਾਣਗੇ, ਠੀਕ ਹੈ ਜੀ। ਐਗਰੇਟ ਨੂੰ ਕੀ ਹੋ ਗਿਆ, ਫਾਇਦਾ, ਕਿਉਂਕਿ ਉਹਨੂੰ ਭੋਜਨ ਮਿਲ ਗਿਆ, ਇਨਸੈਕਟ ਮਿਲ ਗਏ। ਕੈਟਲ ਨੂੰ ਕੀ ਹੋਇਆ, ਕੁਛ ਵੀ ਨਹੀਂ, ਕੈਟਲ ਨੂੰ ਕੋਈ ਇਫੈਕਟ ਨਹੀਂ ਪਿਆ। ਸੋ ਜ਼ੀਰੋ ਅਨਅਫੈਕਟਡ, ਅਤੇ ਐਗਰੇਟ ਕੀ ਹੈ, ਪੋਜ਼ੀਟਿਵ, ਠੀਕ ਹੈ ਜੀ। ਐਗਰੇਟ ਇਹਨਾਂ ਦੀ ਬਾਡੀ ਦੇ ਉੱਤੇ ਬਹਿੰਦੀ ਹੈ। ਕੈਟਲ ਜਦੋਂ ਤੁਰਦੇ ਹੈ, ਵੈਜੀਟੇਸ਼ਨ ਦੇ ਵਿੱਚੋਂ ਲੰਘਦੇ ਹੈ, ਹਿੱਲਣ ਕਰਕੇ ਜਿਹੜੀ ਜਗ੍ਹਾ ਤੋਂ ਹਿਲਦੇ ਹੈ, ਲੰਘਦੇ ਹੈ, ਉਹ ਜਗ੍ਹਾ 'ਚ ਜਿਹਦਾ ਕੋਈ ਗਰਾਸ ਹੈ, ਕੋਈ ਵੈਜੀਟੇਸ਼ਨ, ਉਹ ਹਿਲਦੀ ਜੁਲਦੀ ਹੈ, ਇਨਸੈਕਟ ਬਾਹਰ ਆਉਂਦੇ, ਐਗਰੇਟ ਉਹਨੂੰ ਖਾ ਲੈਂਦੇ ਆ। ਸੋ ਦਿਸ ਇਜ਼ ਕਮੈਂਸਲਿਜ਼ਮ, ਰਾਈਟ। ਕਮੈਂਸਲਿਜ਼ਮ 'ਚ ਤੁਸੀਂ ਇੱਕ ਹੋਰ ਐਗਜ਼ਾਮਪਲ ਕਰ ਸਕਦੇ ਹੋ ਜੀ, ਕਲਾਊਨ ਫਿਸ਼ ਅਤੇ ਸੀ ਐਨੀਮੋਨਸ ਦੀ। ਸੀ ਐਨੇਮੋਨਸ ਹੁੰਦਾ ਕੀ ਹੈ, ਜਿਹੜੀ ਕਲਾਊਨ ਫਿਸ਼ ਹੈ ਉਹ ਸੀ ਐਨੀਮਨ ਦੇ ਮਾਊਥ ਦੇ ਕੋਲ ਰਹਿੰਦੀ ਹੈ ਐਂਡ ਪ੍ਰੋਟੈਕਟਡ ਫਰੋਮ ਇਟਸ ਪ੍ਰੀਡੇਟਰ। ਕਿਉਂ, ਉਹ ਇਹਦੇ ਮਾਊਥ ਦੇ ਕੋਲ ਰਹਿੰਦੀ ਹੈ ਸੀ ਐਨੀਮੋਨਸ ਦੇ, ਤਾਂ ਜਦੋਂ ਕੋਈ ਪ੍ਰੀਡੇਟਰ ਸ਼ਿਕਾਰੀ ਸ਼ਿਕਾਰ ਕਰਨ ਆਉਂਦਾ ਹੈ, ਠੀਕ ਹੈ ਜੀ। ਹੁਣ ਕਲਾਊਨ ਫਿਸ਼ ਜਿਹੜੀ ਹੈ ਉਹ ਇਹਦੇ ਮਾਊਥ ਦੇ ਕੋਲ ਹੈ ਸੀ ਐਨੀਮੋਨਸ ਦੇ, ਠੀਕ ਹੈ। ਉਹਦੇ ਨਾਲ ਕੀ ਹੈ ਕਿ ਕਲਾਊਨ ਫਿਸ਼ ਨੂੰ ਜਿਹੜਾ ਪ੍ਰੀਡੇਟਰ ਖਾਣ ਆ ਰਿਹਾ ਹੈ ਉਹ ਸੀ ਐਨੀਮੋਨ ਉਹਨੂੰ ਬਚਾ ਲੈਂਦੇ, ਕਿਉਂਕਿ ਉੱਥੇ ਟੈਂਟੀਕਲਸ ਹੁੰਦੇ ਨੇ, ਠੀਕ ਹੈ। ਸੋ ਸੀ ਐਨੀਮੋਨ ਉਹਨੂੰ ਬਚਾ ਲੈਂਦੇ ਨੇ। ਸੋ ਕਲਾਊਨ ਫਿਸ਼ ਬਚ ਜਾਂਦੀ ਹੈ, ਠੀਕ ਹੈ। ਇਹਦੇ ਟੈਂਟੀਕਲਸ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਲਾਊਨ ਫਿਸ਼ ਵਿੱਚ ਬੈਠੀ ਹੈ ਕਿ ਨਹੀਂ ਬੈਠੀ, ਠੀਕ ਹੈ ਜੀ। ਸੋ ਦਿਸ ਇਜ਼ ਕਮੈਂਸਲਿਜ਼ਮ। ਓਕੇ, next last type of fifth type of interaction, population interaction is mutualism. ਸੋ ਮਿਊਚੁਅਲਿਜ਼ਮ ਨਾਮ ਹੀ ਦੱਸ ਰਿਹਾ ਇਹੋ ਜਿਹਾ ਇੰਟਰੈਕਸ਼ਨ ਜਿਹਦੇ ਵਿੱਚ ਦੋ ਸਪੀਸ਼ੀਜ਼ ਦੋਨਾਂ ਨੂੰ ਆਪਸ 'ਚ ਮਿਊਚੁਅਲੀ ਬੈਨੀਫਿਟ ਹੋਏਗਾ, ਇੱਕ ਦੂਜੇ ਦੀ ਐਬਸੈਂਸ ਦੇ ਵਿੱਚ ਉਹਨਾਂ ਦੀ ਗਰੋਥ ਨਹੀਂ ਹੋਏਗੀ। ਬੋਥ ਆਰ ਸੋ ਮਚ ਡਿਪੈਂਡੈਂਟ ਔਨ ਈਚ ਅਦਰ ਦੈਟ ਦੇ ਵਿਲ ਗਰੋ ਇਨ ਦ ਪ੍ਰੈਜ਼ੈਂਸ ਆਫ ਈਚ ਅਦਰ। ਅਸੀਂ +1 'ਚ ਲਾਈਕੈਨਸ ਪੜ੍ਹੇ ਨੇ, ਐਲਗਾ ਅਤੇ ਫੰਗਸ ਦਾ ਸਿੰਬਾਇਓਟਿਕ ਰਿਲੇਸ਼ਨ, ਹਾਂਜੀ ਪੜ੍ਹਿਆ ਨਾ। ਬੋਥ ਕੈਨੋਟ ਲਿਵ ਵਿਦਾਊਟ ਈਚ ਅਦਰ ਨਾ। ਸੋ ਇਹ ਕਿਸ ਤਰ੍ਹਾਂ ਦੀ ਰਿਲੇਸ਼ਨ ਹੋ ਗਈ, ਮਿਊਚੁਅਲਿਸਟਿਕ ਰਿਲੇਸ਼ਨਸ਼ਿਪ, ਜਿਹਦੇ ਵਿੱਚ ਬੋਥ ਆਰ ਮਿਊਚੁਅਲੀ ਬੈਨੀਫਿਟਡ, ਠੀਕ ਹੈ। ਐਵੇਂ ਤੁਸੀਂ +1 'ਚ ਮਾਈਕੋਰਾਈਜ਼ਾ ਵੀ ਪੜ੍ਹਿਆ, ਠੀਕ ਹੈ ਜੀ। ਮਾਈਕੋਰਾਈਜ਼ਾ ਕਿਹਦੀ ਮਿਊਚੁਅਲਿਸਟਿਕ ਇੰਟਰੈਕਸ਼ਨ ਹੈ, ਫੰਗਸ ਦੀ ਐਂਡ ਰੂਟਸ ਆਫ ਹਾਇਰ ਪਲਾਂਟਸ ਦੀ, ਦੋਨਾਂ ਨੂੰ ਬੈਨੀਫਿਟ ਹੁੰਦਾ ਹੈ, ਠੀਕ ਹੈ ਜੀ। ਲਾਈਕਨਸ ਵੀ ਦੋਨਾਂ ਨੂੰ। ਸੋ ਇਹ ਕਿਹੜਾ ਤਰ੍ਹਾਂ ਦਾ ਰਿਲੇਸ਼ਨ ਹੋ ਗਿਆ, ਮਿਊਚੁਅਲਿਜ਼ਮ। ਇਹਨੂੰ ਵੀ ਬੈਨੀਫਿਟ ਪਲੱਸ ਇਹਨੂੰ ਵੀ ਬੈਨੀਫਿਟ ਪਲੱਸ। ਸੋ ਇਸ ਤਰੀਕੇ ਦੀ ਇੰਟਰੈਕਸ਼ਨ ਨੂੰ ਅਸੀਂ ਕੀ ਕਹਿੰਦੇ ਹਾਂ, ਮਿਊਚੁਅਲਿਜ਼ਮ। ਸੋ ਹੇਅਰ the topic is completed, that is population interaction.